ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਚੈਨਲ ਮੂਵੀਜ਼ ਬਾਏ ਮਾਨ 'ਤੇ। ਜੇਕਰ ਅਸੀਂ ਮੋਸਟ ਹੋਰਰ, ਥ੍ਰਿਲਰ, ਰੋਮਾਂਚਕ, ਦਿਲਚਸਪ ਅਤੇ ਇੰਟਰਸਟਿੰਗ ਮੂਵੀ ਦੇਖਣੀ ਹੋਵੇ ਤਾਂ ਜ਼ਿਆਦਾਤਰ ਅਸੀਂ ਹਾਲੀਵੁੱਡ ਵੱਲ ਭੱਜਦੇ ਹਾਂ। ਪਰ ਤੁਹਾਨੂੰ ਪਤਾ ਕਿ ਬਾਲੀਵੁੱਡ ਦੇ ਵਿੱਚ ਵੀ ਇੱਕ ਇਹੋ ਜਿਹੀ ਮੂਵੀ ਹੈ ਜਿਸ ਨੂੰ ਵੇਖ ਕੇ ਰੌਂਗਟੇ ਖੜੇ ਹੋ ਜਾਂਦੇ ਨੇ। ਅੱਤ ਦੀ ਡਾਇਰੈਕਸ਼ਨ ਅਤੇ ਘੈਂਟ ਐਕਟਿੰਗ ਦੇ ਨਾਲ ਬਣਾਈ ਹੋਈ 2018 ਦੇ ਵਿੱਚ ਮੂਵੀ ਟੁੰਬਾਟ, ਜਿਸ ਦੀ IMDb ਰੇਟਿੰਗ 8.3 ਆਊਟ ਆਫ 10 ਅਤੇ ਰੋਟਨ ਟੋਮੈਟੋ 'ਤੇ ਇਸ ਨੂੰ 87% ਮਿਲੇ ਨੇ ਆਊਟ ਆਫ 100। ਇਹਦੇ ਵਿੱਚ ਕੋਈ ਸੁਪਰਸਟਾਰ ਜਾਂ ਫਿਰ ਕੋਈ ਵੱਡਾ ਐਕਟਰ ਨਾ ਲੈਣ ਕਰਕੇ ਮੂਵੀ ਨੂੰ ਬਹੁਤਾ ਫੇਮ ਤਾਂ ਨਹੀਂ ਮਿਲਿਆ, ਪਰ ਇਹ ਮੂਵੀ ਇੱਕ ਵਾਰ ਜ਼ਰੂਰ ਦੇਖਣੀ ਚਾਹੀਦੀ ਆ, ਜਿਸ ਦਾ ਲਿੰਕ ਅਸੀਂ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ, ਇੱਕ ਵਾਰ ਜ਼ਰੂਰ ਦੇਖਣਾ। ਆਓ ਚੱਲਦੇ ਹਾਂ ਮੂਵੀ ਦੇ ਵੱਲ। ਮੂਵੀ ਨੂੰ 3 ਚੈਪਟਰ ਵਿੱਚ ਵੰਡਿਆ ਹੋਇਆ। ਪਹਿਲੇ 2 ਚੈਪਟਰ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਦੇ ਨੇ ਅਤੇ ਇੱਕ ਦੇਸ਼ ਦੀ ਆਜ਼ਾਦੀ ਦੇ ਬਾਅਦ ਦਾ। ਮੂਵੀ ਦੇ ਸ਼ੁਰੂ ਹੋਣ ਤੋਂ ਪਹਿਲਾਂ ਸਾਨੂੰ ਦੱਸਿਆ ਜਾਂਦਾ ਕਿ ਇੱਕ ਆਦਮੀ ਆਪਣੇ ਬੱਚੇ ਨੂੰ ਕਹਾਣੀ ਸੁਣਾ ਰਿਹਾ ਹੁੰਦਾ ਪੂਰਤੀ ਦੀ ਦੇਵੀ ਦੀ, ਜਿਹੜੀ ਕਿ ਬੇਅੰਤ ਅਨਾਜ ਅਤੇ ਦੌਲਤ ਦਾ ਭੰਡਾਰ ਹੈ। ਧਰਤੀ ਉਸ ਦੀ ਕੁੱਖ ਹੈ ਅਤੇ ਬ੍ਰਹਿਮੰਡ ਦੀ ਸ਼ੁਰੂਆਤ ਵਿੱਚ ਉਸ ਦੇਵੀ ਨੇ 16 ਕਰੋੜ ਦੇਵੀ ਦੇਵਤਿਆਂ ਨੂੰ ਜਨਮ ਦਿੱਤਾ, ਪਰ ਉਸ ਨੂੰ ਸਭ ਤੋਂ ਵੱਧ ਪਿਆਰ ਆਪਣੀ ਪਹਿਲੀ ਸੰਤਾਨ ਹਸਤਰ ਦੇ ਨਾਲ ਸੀ, ਜੋ ਕਿ ਬਹੁਤ ਲਾਲਚੀ ਸੀ ਅਤੇ ਉਹ ਦੇਵੀ ਦੇ ਕੋਲੋਂ ਖਜ਼ਾਨਾ ਅਤੇ ਅਨਾਜ ਦੋਵੇਂ ਹਥਿਆਉਣਾ ਚਾਹੁੰਦਾ ਸੀ। ਉਹਨੇ ਕਿਸੇ ਤਰ੍ਹਾਂ ਖਜ਼ਾਨਾ ਤਾਂ ਲੈ ਲਿਆ, ਪਰ ਜਦੋਂ ਅਨਾਜ ਨੂੰ ਹੱਥ ਲਾਉਣ ਲੱਗਾ ਤਾਂ ਬਾਕੀ ਦੇਵਤਿਆਂ ਦੇ ਨਾਲ ਉਸ ਦੀ ਲੜਾਈ ਹੋ ਗਈ, ਜਿਨ੍ਹਾਂ ਨੇ ਹਸਤਰ ਦੇ ਟੁਕੜੇ ਟੁਕੜੇ ਕਰ ਦਿੱਤੇ। ਪਰ ਦੇਵੀ ਨੇ ਹਸਤਰ ਨੂੰ ਫਿਰ ਤੋਂ ਜਿਉਂਦਾ ਕਰਨਾ ਚਾਹਿਆ, ਪਰ ਇੱਕ ਸ਼ਰਤ ਸੀ ਕਿ ਉਹ ਹਮੇਸ਼ਾ ਉਸ ਦੀ ਕੁੱਖ ਦੇ ਵਿੱਚ ਰਹੇਗਾ ਅਤੇ ਕਦੀ ਵੀ ਬਾਹਰ ਨਹੀਂ ਆਏਗਾ, ਨਾ ਹੀ ਉਸ ਨੂੰ ਕੋਈ ਪੂਜੇਗਾ ਅਤੇ ਨਾ ਹੀ ਉਸ ਦਾ ਕੋਈ ਨਾਮ ਲਵੇਗਾ। ਪਰ ਜੋ ਆਦਮੀ ਕਹਾਣੀ ਸੁਣਾ ਰਿਹਾ ਹੁੰਦਾ, ਉਸ ਦੇ ਪੂਰਵਜਾਂ ਨੇ ਆਪਣੇ ਫਾਇਦੇ ਵਾਸਤੇ ਹਸਤਰ ਦਾ ਮੰਦਿਰ ਬਣਾ ਕੇ ਉਸ ਨੂੰ ਪੂਜਣਾ ਸ਼ੁਰੂ ਕਰ ਦਿੱਤਾ, ਕਿਉਂਕਿ ਹਸਤਰ ਦਾ ਸ਼ਰਾਪ ਉਹਨਾਂ ਵਾਸਤੇ ਵਰਦਾਨ ਸੀ। ਇਹ ਕਿਉਂ ਸੀ, ਇਹ ਆਪਾਂ ਅੱਗੇ ਕਹਾਣੀ ਦੇ ਵਿੱਚ ਵੇਖਦੇ ਹਾਂ। ਚੈਪਟਰ 1 ਦੀ ਸ਼ੁਰੂਆਤ ਹੁੰਦੀ ਹੈ ਇੱਕ ਔਰਤ ਤੋਂ, ਜਿਹੜੀ ਕਿ ਬਾਰਿਸ਼ ਦੇ ਵਿੱਚ ਇੱਕ ਬਹੁਤ ਵੱਡੇ ਅਤੇ ਪੁਰਾਣੇ ਮਹਿਲ ਦੇ ਵਿੱਚ ਜਾਂਦੀ ਹੈ, ਜਿਹਨੂੰ ਕਿ ਵਾੜਾ ਕਹਿੰਦੇ ਨੇ। ਉੱਥੋਂ ਦੇ ਇੱਕ ਬਜ਼ੁਰਗ ਮਾਲਕ ਨੂੰ ਸੈਕਸ਼ੂਅਲ ਪਲੈਜ਼ਰ ਦਿੰਦੀ ਹੈ ਅਤੇ ਉਸ ਨੂੰ ਦੱਸਦੀ ਹੈ ਕਿ ਉਸ ਦੀ ਬੁੱਢੜੀ ਨੂੰ ਉਹ ਕਈ ਸਾਲਾਂ ਤੋਂ ਸੰਭਾਲ ਰਹੀ ਹੈ ਅਤੇ ਉਸ ਦੀ ਸੇਵਾ ਕਰ ਰਹੀ ਹੈ, ਜਿਸ ਦੇ ਬਦਲੇ ਉਹ ਹਸਤਰ ਦੀ ਮੂਰਤੀ ਦੇ ਸਾਹਮਣੇ ਪਈ ਇੱਕ ਸੋਨੇ ਦੀ ਮੋਹਰ ਮੰਗਦੀ ਹੈ। ਅਤੇ ਬਜ਼ੁਰਗ ਕਹਿੰਦਾ ਹੈ ਕਿ ਨਹੀਂ, ਇਹ ਮੋਹਰ ਬਹੁਤ ਮਹਿੰਗੀ ਹੈ, ਇਸ ਨੂੰ ਪਾਉਣ ਵਾਸਤੇ ਉਸ ਨੂੰ ਅਜੇ ਹੋਰ ਮਿਹਨਤ ਕਰਨੀ ਪਵੇਗੀ। ਉੱਧਰ ਇਸੇ ਔਰਤ ਦੇ 2 ਬੱਚੇ ਜੰਗਲ ਤੋਂ ਆਪਣੇ ਘਰ ਤੱਕ ਪਹੁੰਚਦੇ ਨੇ ਅਤੇ ਦੇਖਦੇ ਨੇ ਕਿ ਉਹਨਾਂ ਦੀ ਮਾਂ ਅਜੇ ਵੀ ਵਾੜੇ ਵਿੱਚ ਗਈ ਹੋਈ ਹੈ ਅਤੇ ਦਰਵਾਜ਼ੇ ਨੂੰ ਜਿੰਦਰਾ ਲੱਗਾ ਹੋਇਆ ਹੈ। ਬਾਹਰ ਬੈਠੇ ਸਨ ਕਿ ਛੋਟਾ ਭਰਾ ਸੱਦਾ ਵੱਡੇ ਭਰਾ ਵਿਨਾਇਕ ਰਾਓ ਨੂੰ ਬੋਲਦਾ ਹੈ ਕਿ ਜੇ ਅੱਜ ਬੁੱਢੜੀ ਉੱਠ ਗਈ ਤਾਂ ਕੀ ਹੋਵੇਗਾ, ਤਾਂ ਉਸ ਨੂੰ ਖਾਣਾ ਦੇਣ ਵਾਸਤੇ ਉਹਨਾਂ ਨੂੰ ਅੰਦਰ ਜਾਣਾ ਹੀ ਪੈਂਦਾ। ਉਹ ਜਿੰਦਰੇ ਦੀ ਚਾਬੀ ਉੱਥੋਂ ਹੀ ਲੱਭਦੇ ਨੇ ਅਤੇ ਅੰਦਰ ਚਲੇ ਜਾਂਦੇ ਨੇ। ਅੰਦਰ ਜਾ ਕੇ ਵੱਡਾ ਭਰਾ ਖਾਣਾ ਬਣਾਉਂਦਾ ਤਿਆਰ ਕਰਦਾ ਅਤੇ ਆਪਣੇ ਛੋਟੇ ਭਰਾ ਨੂੰ ਫੜਾ ਕੇ ਕਹਿੰਦਾ ਕਿ ਤੂੰ ਅੱਜ ਬੁੱਢੜੀ ਨੂੰ ਖਾਣਾ ਖਵਾਵੇਂਗਾ। ਬੁੱਢੜੀ ਕਾਫੀ ਪਿੱਛੇ ਕੋਠੜੀ ਦੇ ਵਿੱਚ ਹਨੇਰੀ ਜਗ੍ਹਾ ਦੇ ਵਿੱਚ ਬੰਨੀ ਹੋਈ ਸੀ, ਜਿੱਥੋਂ ਕਿ ਉਸ ਦੀਆਂ ਸਿਰਫ ਡਰਾਵਣੀਆਂ ਆਵਾਜ਼ਾਂ ਹੀ ਆਉਂਦੀਆਂ ਸਨ। ਮੁੰਡਾ ਹੌਲੀ ਹੌਲੀ ਅੱਗੇ ਵਧ ਰਿਹਾ ਸੀ ਕੋਠੜੀ ਵੱਲ ਉਸ ਨੂੰ ਖਾਣਾ ਖਵਾਉਣ ਵਾਸਤੇ। ਪਿੱਛੋਂ ਹੀ ਉਸ ਦੀ ਮਾਂ ਆ ਜਾਂਦੀ ਹੈ ਅਤੇ ਉਸ ਨੂੰ ਮਾਰਦੀ ਹੋਈ ਕਹਿੰਦੀ ਹੈ ਕਿ ਵਾਪਸ ਚਲੋ। ਤਾਂ ਫਿਰ ਉਹ ਆਪ ਖਾਣਾ ਬਣਾ ਕੇ ਉਸ ਬੁੱਢੜੀ ਨੂੰ ਖਵਾਉਣ ਵਾਸਤੇ ਜਾਂਦੀ ਹੈ ਅਤੇ ਫਿਰ ਉਸ ਦੇ ਨਾਖੂਨ ਕੱਟਦੀ ਹੈ। ਪੈਰ ਦੇਖ ਕੇ ਲੱਗਦਾ ਕਿ ਉਹ ਬਹੁਤ ਸਾਲਾਂ ਦੀ ਬੰਨੀ ਹੋਈ ਸੀ। ਵੱਡਾ ਮੁੰਡਾ ਵਿਨਾਇਕ ਰਾਓ ਆਪਣੀ ਮਾਂ ਨੂੰ ਪੁੱਛਦਾ ਕਿ ਸੋਨੇ ਦੀ ਮੁਦਰਾ ਕਿਉਂ ਨਹੀਂ ਲੈ ਕੇ ਆਈ, ਤਾਂ ਉੱਧਰੋਂ ਬੁੱਢੜੀ ਦੇ ਰੋਣ ਦੀ ਆਵਾਜ਼ ਆਉਣ ਲੱਗ ਜਾਂਦੀ ਹੈ। ਮਾਂ ਡਰ ਜਾਂਦੀ ਹੈ, ਸਾਰਾ ਕੁਝ ਸਹਿਮ ਜਾਂਦਾ ਹੈ, ਤਾਂ ਉਹ ਫਿਰ ਡਰਦੀ ਹੋਈ ਲਾਲਟੇਨ ਲੈ ਕੇ ਹੱਥ ਦੇ ਵਿੱਚ ਕੁਹਾੜੀ ਫੜ ਕੇ ਅਤੇ ਕਮਰੇ ਦੇ ਵੱਲ ਨੂੰ ਜਾਂਦੀ ਹੈ ਅਤੇ ਕੋਠੜੀ ਦੇ ਸਾਹਮਣੇ ਜਾ ਕੇ ਬੈਠ ਜਾਂਦੀ ਹੈ ਅਤੇ ਫਿਰ ਉਹ ਬੁੱਢੜੀ ਨੂੰ ਕਹਿੰਦੀ ਹੈ ਕਿ ਸੌਂ ਜਾ, ਨਹੀਂ ਤਾਂ ਹਸਤਰ ਆ ਜਾਵੇਗਾ। ਬੁੱਢੜੀ ਇੱਕਦਮ ਸੌਂ ਜਾਂਦੀ ਹੈ, ਤਾਂ ਫਿਰ ਉਹ ਦੋਵੇਂ ਜਾਣੇ ਵਾਪਸ ਆ ਜਾਂਦੇ ਨੇ। ਉੱਧਰੋਂ ਬਜ਼ੁਰਗ ਮਾਲਕ ਜੋ ਸੀ ਵਾੜੇ ਦਾ, ਉਹ ਮਰ ਜਾਂਦਾ ਹੈ। ਤਾਂ ਫਿਰ ਇਹ ਮਾਂ ਆਪਣੇ ਦੋਵਾਂ ਬੱਚਿਆਂ ਨੂੰ ਲੈ ਕੇ ਦੂਰ ਜਾਣਾ ਚਾਹੁੰਦੀ ਹੈ। ਤਾਂ ਮੁੰਡਾ ਬੋਲਦਾ ਕਿ ਵਾੜੇ ਵਿੱਚ ਖਜ਼ਾਨਾ ਸਾਡਾ ਹੈ। ਤਾਂ ਉਹ ਦੱਸਦੀ ਹੈ ਕਿ ਜੇਕਰ ਉਸ ਬਜ਼ੁਰਗ ਨੂੰ ਕੁਝ ਨਹੀਂ ਮਿਲਿਆ ਸਾਰੀ ਜ਼ਿੰਦਗੀ ਲੱਭਣ 'ਤੇ, ਤਾਂ ਸਾਨੂੰ ਕਿੱਥੋਂ ਮਿਲਣਾ ਹੈ। ਤਾਂ ਉਹ ਕਹਿੰਦਾ ਕਿ ਆਪਾਂ ਬੁੱਢੜੀ ਨੂੰ ਉਠਾ ਕੇ ਪੁੱਛ ਲੈਂਦੇ ਹਾਂ, ਪਰ ਮਾਂ ਉਸ ਨੂੰ ਸਾਫ਼ ਮਨਾ ਕਰ ਦਿੰਦੀ ਹੈ ਅਤੇ ਕਹਿੰਦੀ ਹੈ ਕਿ ਕੱਲ੍ਹ ਹੀ ਆਪਾਂ ਪੂਨੇ ਨੂੰ ਚਲੇ ਜਾਵਾਂਗੇ। ਤਾਂ ਉੱਧਰੋਂ ਛੋਟਾ ਮੁੰਡਾ ਸੱਦਾ ਇੱਕ ਰੁੱਖ ਉੱਤੇ ਚੜ੍ਹਿਆ ਹੁੰਦਾ, ਜਿਹੜਾ ਕਿ ਡਿੱਗ ਕੇ ਕਾਫੀ ਸੱਟ ਲਵਾ ਲੈਂਦਾ। ਤਾਂ ਮਾਂ ਉਸ ਨੂੰ ਬਚਾਉਣ ਵਾਸਤੇ ਹਸਪਤਾਲ ਨੂੰ ਲੈ ਕੇ ਜਾਂਦੀ ਹੈ ਅਤੇ ਜਾਣ ਤੋਂ ਪਹਿਲਾਂ ਆਪਣੇ ਵੱਡੇ ਮੁੰਡੇ ਨੂੰ ਕਹਿੰਦੀ ਹੈ ਕਿ ਅੱਜ ਬੁੱਢੜੀ ਨੂੰ ਖਾਣਾ ਦੇਣ ਦੀ ਜ਼ਿੰਮੇਵਾਰੀ ਤੇਰੀ ਹੈ ਅਤੇ ਜੇਕਰ ਉਹ ਉੱਠੇ ਤਾਂ ਉਸ ਨੂੰ ਕਹਿ ਦੇਈਂ ਕਿ ਸੌਂ ਜਾ, ਨਹੀਂ ਤਾਂ ਹਸਤਰ ਆ ਜਾਵੇਗਾ। ਇੱਧਰੋਂ ਮੁੰਡਾ ਆਪਣਾ ਇਹ ਮੰਤਰ ਯਾਦ ਕਰਦਾ ਹੋਇਆ ਘਰੇ ਆਉਂਦਾ ਅਤੇ ਘਰੇ ਆਣ ਕੇ ਖਾਣਾ ਬਣਾ ਹੀ ਰਿਹਾ ਹੁੰਦਾ ਕਿ ਉੱਧਰੋਂ ਉਹਦੀ ਬੁੱਢੜੀ ਉੱਠ ਜਾਂਦੀ ਹੈ ਅਤੇ ਉਹ ਫਿਰ ਭੈੜੀਆਂ ਜਿਹੀਆਂ ਆਵਾਜ਼ਾਂ ਕੱਢਣ ਲੱਗ ਜਾਂਦੀ ਹੈ। ਉਹਦੀਆਂ ਅਜੀਬ ਆਵਾਜ਼ਾਂ ਸੁਣ ਕੇ ਵਿਨਾਇਕ ਰਾਓ ਕਾਫੀ ਡਰ ਜਾਂਦਾ, ਪਰ ਫਿਰ ਵੀ ਲਾਲਟੇਨ ਲੈ ਕੇ ਉਸ ਦੀ ਕੋਠੜੀ ਵੱਲ ਨੂੰ ਚਲਾ ਜਾਂਦਾ ਹੈ। ਉਸ ਦੇ ਬੂਹੇ ਅੱਗੇ ਜਾ ਕੇ ਦੇਖਦਾ ਕਿ ਬੁੱਢੜੀ ਕਾਫੀ ਡਰਾਵਣੀ ਸੀ, ਜਿਸ ਦੇ ਮੂੰਹ ਦੇ ਵਿੱਚ ਕਿੱਲ ਵੱਜੇ ਹੋਏ ਸੀ, ਸਾਰਾ ਜਿਸਮ ਸੜਿਆ ਹੋਇਆ ਸੀਗਾ। ਇਸ ਡਰਾਵਣੀ ਨੂੰ ਦੇਖ ਕੇ ਉਹ ਨਹੀਂ ਡਰਦਾ, ਪਰ ਫਿਰ ਵੀ ਬੂਹਾ ਖੋਲ੍ਹ ਕੇ ਅੰਦਰ ਨੂੰ ਜਾਂਦਾ ਹੈ। ਤਾਂ ਉਸ ਦੀ ਬੁੱਢੜੀ ਕਹਿੰਦੀ ਹੈ ਕਿ ਆ ਜਾ, ਮੈਨੂੰ ਖਾਣਾ ਦੇ। ਤਾਂ ਉਹ ਕਹਿੰਦਾ ਹੈ ਕਿ ਤੂੰ ਪਹਿਲਾਂ ਮੈਨੂੰ ਦੱਸ ਖਜ਼ਾਨਾ ਕਿੱਥੇ ਆ। ਤਾਂ ਬੁੱਢੜੀ ਕਹਿੰਦੀ ਹੈ ਕਿ ਜਾਂ ਮੈਨੂੰ ਖਾਣਾ ਦੇ, ਨਹੀਂ ਤਾਂ ਮੈਂ ਤੈਨੂੰ ਖਾ ਜਾਵਾਂਗੀ। ਉਹ ਇਸ ਦਾ ਭਿਆਨਕ ਚਿਹਰਾ ਦੇਖ ਕੇ ਡਰ ਜਾਂਦਾ ਹੈ
ਤਾਂ ਵਿਨਾਇਕ ਰਾਓ ਬਾਹਰ ਆਉਂਦਾ ਹੈ ਤਾਂ ਉਸ ਨੂੰ ਹਸਤਰ ਦਾ ਨਾਮ ਯਾਦ ਭੁੱਲ ਗਿਆ ਸੀਗਾ। ਤਾਂ ਉਹ ਜਲਦੀ ਜਲਦੀ ਖਾਣਾ ਬਣਾਉਣ ਲੱਗ ਜਾਂਦਾ ਅਤੇ ਖਾਣਾ ਲੈ ਕੇ ਵਾਪਸ ਜਾਣ ਲੱਗਦਾ ਤਾਂ ਦੇਖਦਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਬੁੱਢੜੀ ਆਪਣੀ ਜੰਜੀਰ ਖੋਲ੍ਹ ਕੇ ਆਉਂਦੀ ਹੈ ਅਤੇ ਆਪਣੀ ਹੀ ਜੰਜੀਰ ਵਿਨਾਇਕ ਰਾਓ ਦੇ ਪੈਰ ਨੂੰ ਬੰਨ੍ਹਦੀ ਹੈ ਅਤੇ ਉਹਨੂੰ ਘਸੀਟ ਕੇ ਆਪਣੀ ਕੋਠੜੀ ਦੇ ਵਿੱਚ ਲੈ ਜਾਂਦੀ ਹੈ ਅਤੇ ਫਿਰ ਉਸ ਨੂੰ ਕਾਫੀ ਡਰਾਉਂਦੀ ਹੈ। ਆਪਣੇ ਮੂੰਹ ਦੇ ਵਿੱਚੋਂ ਕਿੱਲ ਕੱਢ ਕੇ ਉਸ ਦੇ ਸਿਰ ਵਿੱਚ ਮਾਰਨ ਹੀ ਲੱਗਦੀ ਹੈ ਕਿ ਉਸ ਨੂੰ ਹਸਤਰ ਦਾ ਨਾਮ ਯਾਦ ਆ ਜਾਂਦਾ ਹੈ। ਤਾਂ ਉਹ ਕਹਿੰਦਾ ਕਿ ਦਾਦੀ ਸੌਂ ਜਾ, ਨਹੀਂ ਤਾਂ ਹਸਤਰ ਆ ਜਾਵੇਗਾ। ਤਾਂ ਉੱਥੇ ਹੀ ਉਹ ਬੁੱਢੜੀ ਡਿੱਗ ਜਾਂਦੀ ਹੈ ਅਤੇ ਸੌਂ ਜਾਂਦੀ ਹੈ। ਮਾਂ ਆਪਣੇ ਪੁੱਤਰ ਨੂੰ ਲੈ ਕੇ ਬੇੜੀ ਦੇ ਵਿੱਚ ਬੈਠ ਕੇ ਪੂੰਦੇ ਨੂੰ ਚੱਲ ਪੈਂਦੀ ਹੈ, ਪਰ ਪੁੱਤਰ ਬੋਲਦਾ ਕਿ ਵਾਪਸ ਵਾੜੇ 'ਚ ਚੱਲਦੇ ਹਾਂ, ਕਿਉਂਕਿ ਹੁਣ ਛੋਟਾ ਭਰਾ ਮਰ ਚੁੱਕਾ ਸੀਗਾ ਜਿਸ ਦਾ ਸੰਸਕਾਰ ਕਰ ਦਿੱਤਾ ਗਿਆ ਸੀਗਾ। ਤਾਂ ਉਸਦੀ ਮਾਂ ਕਹਿੰਦੀ ਹੈ ਕਿ ਨਹੀਂ, ਆਪਾਂ ਹੁਣ ਪੂੰਦੇ ਨੂੰ ਜਾਣਾ ਹੈ। ਤਾਂ ਉਹ ਮੁੰਡਾ ਕਹਿੰਦਾ ਹੈ ਕਿ ਨਹੀਂ, ਆਪਾਂ ਖਜ਼ਾਨਾ ਲੱਭਾਂਗੇ। ਤਾਂ ਮਾਂ ਇੱਕ ਸਿੱਕਾ ਦਿੰਦੀ ਹੈ ਜਿਹੜਾ ਕਿ ਉਸਨੇ ਸ਼ਾਇਦ ਉਸ ਹਸਤਰ ਦੀ ਮੂਰਤੀ ਦੇ ਅੱਗੇੋਂ ਚੁੱਕ ਲਿਆ ਸੀਗਾ। ਵਿਨਾਇਕ ਰਾਓ ਕਹਿੰਦਾ ਕਿ ਇਹ ਤਾਂ ਸਿਰਫ ਇੱਕੋ ਸਿੱਕਾ ਹੈ, ਜੇ ਆਪਾਂ ਚਾਹੀਏ ਤਾਂ ਪੂਰੀ ਦਾ ਪੂਰਾ ਖਜ਼ਾਨਾ ਵੀ ਲੱਭ ਸਕਦੇ ਹਾਂ। ਉਸਦੀ ਮਾਂ ਕਹਿੰਦੀ ਹੈ ਕਿ ਨਹੀਂ। ਤਾਂ ਉਹ ਇਸੇ ਸਿੱਕੇ ਨੂੰ ਨਹਿਰ ਦੇ ਵਿੱਚ ਸੁੱਟਣ ਦੀ ਧਮਕੀ ਦਿੰਦਾ। ਤਾਂ ਉਸਦੀ ਮਾਂ ਕਹਿੰਦੀ ਹੈ ਕਿ ਤੂੰ ਵੀ ਉਸੇ ਲਾਲਚੀ ਬਜ਼ੁਰਗ ਦਾ ਹੀ ਮੁੰਡਾ ਹੈ, ਤੂੰ ਵੀ ਮੇਰਾ ਹੀ ਮੁੰਡਾ ਹੈ, ਲਾਲਚੀ ਹੈ, ਅਤੇ ਤੂੰ ਇਸ ਸਿੱਕੇ ਨੂੰ ਕਦੀ ਨਹੀਂ ਸੁੱਟ ਸਕਦਾ। ਅਤੇ ਉਸ ਨੂੰ ਮਾਰਦੀ ਹੋਈ ਲੈ ਜਾਂਦੀ ਹੈ ਅਤੇ ਉਸ ਨੂੰ ਕਹਿੰਦੀ ਹੈ ਕਿ ਮੈਨੂੰ ਵਚਨ ਦੇ ਕਿ ਤੂੰ ਟੁੰਬਾੜ ਕਦੀ ਵੀ ਵਾਪਸ ਨਹੀਂ ਆਏਗਾ। ਤਾਂ ਉਹ ਆਪਣੀ ਮਾਂ ਨੂੰ ਵਚਨ ਦੇ ਦਿੰਦਾ ਹੈ ਕਿ ਮੈਂ ਟੁੰਬਾੜ ਕਦੀ ਵੀ ਵਾਪਸ ਨਹੀਂ ਆਵਾਂਗਾ। ਇੱਥੇ ਚੈਪਟਰ ਪਹਿਲਾ ਖਤਮ ਹੋ ਜਾਂਦਾ ਹੈ। ਹੁਣ ਸੀ ਚੈਪਟਰ 2, ਜਿਹੜਾ ਕਿ 15 ਸਾਲਾਂ ਬਾਅਦ ਸ਼ੁਰੂ ਹੁੰਦਾ ਹੈ। 15 ਸਾਲਾਂ ਬਾਅਦ ਫਿਰ ਇੱਕ ਟੁਬਾੜ ਦੇ ਵਿੱਚ ਬੱਸ ਰੁਕਦੀ ਹੈ ਜਿਹਦੇ ਵਿੱਚੋਂ ਵਿਨਾਇਕ ਰਾਓ ਉਤਰਦਾ ਹੈ। ਹੁਣ ਵਿਨਾਇਕ ਰਾਓ ਇੱਕ ਜਵਾਨ ਮੁੰਡਾ ਸੀਗਾ ਜਿਸ ਦਾ ਕਿ ਵਿਆਹ ਵੀ ਹੋ ਗਿਆ ਸੀਗਾ, ਕਾਫੀ ਕੁਝ ਬਦਲ ਗਿਆ ਸੀਗਾ, ਪਰ ਲਾਲਚ ਅਜੇ ਵੀ ਪੂਰੀ ਸੀ। ਹੁਣ ਉਸ ਦੀ ਮਾਂ ਮਰ ਚੁੱਕੀ ਸੀ ਅਤੇ ਮਾਂ ਮਰ ਗਈ ਅਤੇ ਵਚਨ ਵੀ ਮਰ ਗਿਆ। ਹੁਣ ਉਹ ਆਪਣੇ ਪੁਰਾਣੇ ਘਰ ਵੱਲ ਨੂੰ ਜਾਂਦਾ ਹੈ, ਜਿੱਥੇ ਜਾ ਕੇ ਵੇਖਦਾ ਹੈ ਕਿ ਉਸ ਦੀ ਬੁੱਢੜੀ ਵਿੱਚੋਂ ਫਿਰ ਇੱਕ ਰੁੱਖ ਉੱਗ ਚੁੱਕਾ ਹੈ ਜਿਸ ਦਾ ਦਿਲ ਰੁੱਖ ਦੇ ਨਾਲ ਟੰਗਿਆ ਹੋਇਆ ਹੈ। ਉਸ ਦਾ ਜਿਸਮ ਸਾਰਾ ਮਿੱਟੀ ਹੋ ਗਿਆ ਹੈ, ਪਰ ਅਜੇ ਵੀ ਉਹ ਜਿਉਂਦੀ ਹੈ। ਤਾਂ ਫਿਰ ਉਹ ਉਸ ਵਾਸਤੇ ਖਾਣਾ ਬਣਾਉਂਦਾ ਅਤੇ ਉਸ ਨੂੰ ਪੁੱਛਦਾ ਹੈ ਖਜ਼ਾਨੇ ਬਾਰੇ। ਤਾਂ ਉਹ ਦੱਸਣ ਤੋਂ ਮਨਾ ਕਰ ਦਿੰਦੀ ਹੈ। ਉਹ ਦੱਸਦੀ ਹੈ ਕਿ ਖਜ਼ਾਨੇ ਕਰਕੇ ਤਾਂ ਉਹ ਸ਼ਰਾਪਿਤ ਹੋਈ ਹੈ, ਜਿਹੜੀ ਕਿ ਅਮਰ ਹੋ ਗਈ। ਉਸ ਦਾ ਸਰੀਰ ਸਾਰਾ ਜਲ ਸੜ ਗਿਆ ਅਤੇ ਉਹ ਸਿਰਫ ਖਾਣਾ ਖਾਂਦੀ ਹੈ ਅਤੇ ਸੁੱਤੀ ਰਹਿੰਦੀ ਹੈ। ਤਾਂ ਇਸ ਤੋਂ ਬਾਅਦ ਉਹ ਪੁੱਛਦਾ ਹੈ ਕਿ ਤੂੰ ਮੈਨੂੰ ਖਜ਼ਾਨੇ ਬਾਰੇ ਦੱਸ ਦੇ ਅਤੇ ਮੈਂ ਤੈਨੂੰ ਮੁਕਤੀ ਦੇ ਦੇਵਾਂਗਾ। ਤਾਂ ਉਹ ਇਸੇ ਤਰ੍ਹਾਂ ਮੰਨ ਜਾਂਦੀ ਹੈ, ਉਸ ਨੂੰ ਖਜ਼ਾਨੇ ਬਾਰੇ ਦੱਸ ਦਿੰਦੀ ਹੈ। ਤਾਂ ਉਸ ਵਿਨਾਇਕ ਰਾਓ ਉਸ ਨੂੰ ਅੱਗ ਲਾ ਕੇ ਉਸ ਨੂੰ ਮੁਕਤ ਕਰ ਦਿੰਦਾ ਹੈ। ਇਸ ਤੋਂ ਬਾਅਦ ਉਹ ਵਾੜੇ ਵਿੱਚ ਜਾਂਦਾ, ਜਿੱਥੇ ਕਿ ਕਈ ਸਮੇਂ ਦੀ ਖੁਦਾਈ ਕਰਨ ਤੋਂ ਬਾਅਦ ਉਸ ਨੂੰ ਉਹੀ ਗੁਫਾ ਮਿਲ ਜਾਂਦੀ ਹੈ। ਗੁਫਾ ਲੱਭਣ ਤੋਂ ਬਾਅਦ ਉਹ ਵਾਪਸ ਆਪਣੇ ਪੂਨੇ ਆ ਜਾਂਦਾ, ਜਿੱਥੇ ਕਿ ਉਸ ਦੀ ਬਦਲੀ ਹੋਈ ਸੂਰਤ ਅਤੇ ਪਹਿਰਾਵੇ ਤੋਂ ਕੋਈ ਵੀ ਉਸ ਨੂੰ ਪਛਾਣ ਨਹੀਂ ਪਾ ਰਿਹਾ ਸੀਗਾ, ਕਿਉਂਕਿ ਉਸ ਦੇ ਹੁਣ ਵਾਲ ਵੀ ਕਾਫੀ ਵੱਧ ਚੁੱਕੇ ਸੀਗੇ ਅਤੇ ਕੱਪੜੇ ਵੀ ਕਾਫੀ ਮੈਲੇ ਹੋ ਚੁੱਕੇ ਸੀ। ਘਰ ਜਾ ਕੇ ਦੇਖਦਾ ਕਿ ਉਸ ਦੀ ਪਤਨੀ ਨੇ ਚੱਕੀ ਦਾ ਕੰਮ ਸ਼ੁਰੂ ਕਰ ਲਿਆ ਘਰ ਦੇ ਗੁਜ਼ਾਰੇ ਦੇ ਵਾਸਤੇ, ਜਿਸ 'ਤੇ ਉਹ ਪਹਿਲਾਂ ਦਾ ਗੁੱਸਾ ਦਿਖਾਉਂਦਾ, ਪਰ ਫਿਰ ਬੋਲਦਾ ਕਿ ਤੂੰ ਅੱਜ ਤੋਂ ਬਾਅਦ ਮੇਰੇ ਵਾਸਤੇ ਆਟਾ ਹੀ ਪੀਸੇਂਗੀ। ਇੱਧਰੋਂ ਸੀਨ ਕੱਟ ਕੇ ਉਹ ਇੱਕ ਮੁਨੀਮ ਦੇ ਕੋਲ ਪਹੁੰਚਦਾ ਹੈ, ਜਿਸ ਦੇ ਕੋਲ ਉਸ ਦਾ ਪਹਿਲਾਂ ਵੀ ਉਧਾਰ ਸੀਗਾ। ਤਾਂ ਉਹ ਉਸ ਨੂੰ ਸੋਨੇ ਦੀ ਮੁਦਰਾ ਦੇ ਕੇ ਬੋਲਦਾ ਕਿ ਉਸ ਦਾ ਉਧਾਰ ਵੀ ਚੁਕਾ ਅਤੇ ਨਕਦ ਪੈਸੇ ਵੀ ਦੇ ਦੇਵੇ। ਤਾਂ ਫਿਰ ਉਹ ਆਪਣੀ ਘਰਵਾਲੀ ਕੋਲੋਂ ਆਟਾ ਪਿਸਵਾ ਕੇ ਟੁੰਬਾੜ ਜਾਂਦਾ ਅਤੇ ਕੁਝ ਕੁ ਸੋਨੇ ਦੀਆਂ ਮੁਦਰਾ ਲੈ ਕੇ ਆਉਂਦਾ, ਇਸੇ ਤਰ੍ਹਾਂ ਪੰਡਤ ਕੋਲ ਵੇਚ ਦਿੰਦਾ। ਅਤੇ ਫਿਰ ਇਸੇ ਤਰ੍ਹਾਂ ਉਹ ਹੋਰ ਬਾਰ-ਬਾਰ ਜਾਂਦਾ ਅਤੇ ਗੁਫਾ ਦੇ ਵਿੱਚੋਂ ਹਰ ਵਾਰ ਕੁਝ ਮੁਦਰਾ ਲੈ ਕੇ ਆਉਂਦਾ। ਮੁਨੀਮ ਦੇ ਕੋਲ ਹੋਰ ਸਿੱਕੇ ਖਰੀਦਣ ਜੋਗੇ ਪੈਸੇ ਨਹੀਂ ਸਨ, ਤਾਂ ਵਿਨਾਇਕ ਰਾਓ ਦਾ ਉਹਦੇ ਸਿਰ ਉੱਤੇ ਕਾਫੀ ਉਧਾਰ ਚੜ੍ਹ ਜਾਂਦਾ ਹੈ। ਮੁਨੀਮ ਦਾ ਇੱਕ ਅੰਗਰੇਜ਼ ਅਫਸਰ ਦੋਸਤ ਸੀਗਾ, ਜਿਹੜਾ ਕਿ ਉਸ ਨੂੰ ਕਹਿੰਦਾ ਕਿ 1 ਮਹੀਨੇ ਤੱਕ ਉਸ ਦਾ ਤਬਾਦਲਾ ਹੋ ਜਾਣਾ ਅਤੇ ਉਸਨੇ ਚਲੇ ਜਾਣਾ ਹੈ, ਇਸ ਲਈ ਉਹ ਉਸ ਨੂੰ ਥੋੜ੍ਹੀ ਜ਼ਮੀਨ ਵੇਚਣੀ ਚਾਹੁੰਦਾ ਹੈ। ਮੁਨੀਮ ਉਸ ਨੂੰ ਹਾਂ ਤਾਂ ਕਰ ਦਿੰਦਾ, ਪਰ ਉਸ ਵਾਸਤੇ ਉਸ ਨੂੰ ਕਾਫੀ ਪੈਸੇ ਚਾਹੀਦੇ ਸਨ। ਮੁਨੀਮ ਵਿਧਾਇਕ ਰਾਓ ਨੂੰ ਜਾ ਕੇ ਕਹਿੰਦਾ ਹੈ ਕਿ ਉਹ ਉਸ ਨੂੰ ਸੋਨੇ ਦੇ ਸਿੱਕੇ ਦੇ ਕੰਮਾਂ ਦੇ ਵਿੱਚ ਪਾਰਟਨਰ ਬਣਾ ਲਵੇ, ਪਰ ਵਿਨਾਇਕ ਰਾਓ ਉਸ ਨੂੰ ਸਾਫ਼-ਸਾਫ਼ ਮਨਾ ਕਰ ਦਿੰਦਾ ਹੈ। ਹੁਣ ਉਹ ਕਾਫੀ ਅਮੀਰ ਹੋ ਚੁੱਕਾ ਸੀਗਾ, ਉਸ ਦੇ ਕੋਲ ਮੋਟਰਸਾਈਕਲ ਸੀ, ਪੈਸਾ ਸੀ, ਐਸ਼ੋ ਆਰਾਮ ਦੀ ਜ਼ਿੰਦਗੀ ਸੀ ਅਤੇ ਉਸ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਜਿਸ ਦਾ ਪੈਰ ਵਿੰਗਾ ਸੀ। ਪੰਡਤ ਮੁਨੀਮ ਵਿਨਾਇਕ ਰਾਓ ਨੂੰ ਇੱਕ ਔਰਤ ਵੇਚਦਾ ਤਾਂ ਕਿ ਉਹ ਔਰਤ ਦੇ ਵਿੱਚ ਵਿਅਸਤ ਹੋ ਸਕੇ ਅਤੇ ਮੁਨੀਮ ਆਪ ਟੁੰਬਾੜ ਜਾ ਕੇ ਸੋਨੇ ਦੇ ਸਿੱਕੇ ਲੈ ਕੇ ਆ ਸਕੇ। ਪਰ ਔਰਤ ਵਿਨਾਇਕ ਰਾਓ ਦੇ ਕੋਲੋਂ 100 ਰੁਪਏ ਲੈ ਕੇ ਉਸ ਨੂੰ ਦੱਸਦੀ ਹੈ ਕਿ ਮੁਨੀਮ ਨੇ 50 ਰੁਪਏ ਦਿੱਤੇ ਸਨ ਉਸ ਨੂੰ ਵਿਅਸਤ ਰੱਖਣ ਲਈ। ਉੱਧਰੋਂ ਮੁਨੀਮ ਟੁੰਬਾੜ ਪਹੁੰਚ ਜਾਂਦਾ ਅਤੇ ਮਗਰ ਹੀ ਰਾਓ ਵੀ ਚਲਾ ਜਾਂਦਾ। ਮੁਨੀਮ ਰਾਓ ਨੂੰ ਲੁੱਕ ਕੇ ਦੇਖਦਾ ਕਿ ਰਾਓ ਇੱਕ ਤਾਬੂਤ ਦੇ ਵਿੱਚੋਂ ਰੱਸੀ ਦੀ ਮਦਦ ਨਾਲ ਥੱਲੇ ਉਤਰਿਆ ਅਤੇ ਥੱਲੇ ਜਾ ਕੇ ਉਸ ਗੁਫਾ ਦੇ ਵਿੱਚ ਜਾ ਕੇ ਫਿਰ ਵਾਪਸ ਆ ਗਿਆ। ਤਾਂ ਮੁਨੀਮ ਵੀ ਐਵੇਂ ਹੀ ਕਰਦਾ ਹੈ, ਸੋਨੇ ਦੀ ਭਾਲ ਵਿੱਚ ਉਹ ਵੀ ਤਾਬੂਤ ਖੋਲ੍ਹਦਾ ਅਤੇ ਥੱਲੇ ਚਲਾ ਜਾਂਦਾ ਹੈ। ਗੁਫਾ ਦੀਆਂ ਦੀਵਾਰਾਂ ਇੰਝ ਲੱਗ ਰਹੀਆਂ ਸਨ ਜਿਵੇਂ ਕਿ ਕਿਸੇ ਇਨਸਾਨ ਦਾ ਅੰਦਰੂਨੀ ਹਿੱਸਾ ਹੋਵੇ, ਨਾੜੀਆਂ, ਮਾਸ, ਲਹੂ ਤੇ ਹਲਚਲ ਪੂਰੀਆਂ ਉਵੇਂ ਸੀ। ਉੱਥੇ ਹੀ ਮੁਨੀਮ ਨੂੰ ਇੱਕ ਟਿਫਨ ਮਿਲਦਾ ਹੈ, ਜਿਸ ਨੂੰ ਖੋਲ੍ਹਣ 'ਤੇ ਉਹਦੇ ਵਿੱਚੋਂ ਇੱਕ ਆਟੇ ਦੀ ਗੁੜੀਆ ਨਿਕਲਦੀ ਹੈ। ਉਹ ਆਟੇ ਦੀ ਗੁੜੀਆ ਨੂੰ ਆਪਣੇ ਹੱਥ 'ਚ ਹੀ ਫੜਦਾ ਕਿ ਕੋਈ ਅਜੀਬ ਜਿਹੀ ਚੀਜ਼ ਆਣ ਕੇ ਗੁੜੀਆ ਵੀ ਖਾ ਲੈਂਦੀ ਹੈ ਅਤੇ ਨਾਲ ਹੀ ਮੁਨੀਮ ਨੂੰ ਵੀ ਖਾ ਲੈਂਦੀ ਹੈ। ਅਤੇ ਫਿਰ ਉੱਥੇ ਹੀ ਵਿਨਾਇਕ ਰਾਓ ਉਤਰਦਾ ਹੈ। ਗੁਫਾ ਦੇ ਵਿੱਚ ਉਤਰਨ ਤੋਂ ਬਾਅਦ ਉਹ ਦੇਖਦਾ ਹੈ ਕਿ ਮੁਨੀਮ ਇੱਕ ਕੰਧ ਦੇ ਵਿੱਚ ਫਸਿਆ ਹੋਇਆ ਹੈ, ਜਿਹੜਾ ਕਿ ਸ਼ਰਾਪਿਤ ਹੋ ਚੁੱਕਾ ਹੈ।
ਇਸ ਨੂੰ ਵੀ ਹਸਤਰ ਦਾ ਸ਼ਰਾਬ ਲੱਗ ਚੁੱਕਾ ਸੀਗਾ। ਪੰਡਿਤ ਮੁਨੀਮ ਨੂੰ ਤਕਲੀਫ ਵਿੱਚ ਵੇਖ ਕੇ ਵਿਨਾਇਕ ਰਾਓ ਉਸ ਨੂੰ ਵੀ ਬੋਲਦਾ ਕਿ ਸੌਂ ਜਾ ਨਹੀਂ ਤਾਂ ਹਸਤਰ ਆ ਜਾਵੇਗਾ। ਤਾਂ ਮੁਨੀਮ ਕੰਧ ਦੇ ਵਿੱਚ ਫਸਿਆ ਹੋਇਆ ਹੀ ਸੌਂ ਜਾਂਦਾ ਹੈ ਅਤੇ ਉਸ ਦੀ ਤਕਲੀਫ ਘੱਟ ਹੋ ਜਾਂਦੀ ਹੈ। ਇਸ ਤੋਂ ਬਾਅਦ ਵਿਨਾਇਕ ਰਾਓ ਗੁਫਾ ਦੇ ਸੈਂਟਰ ਦੇ ਵਿੱਚ ਖਲੋ ਕੇ ਆਪਣੇ ਆਸ-ਪਾਸ ਸੁੱਕੇ ਆਟੇ ਦਾ ਘੇਰਾ ਬਣਾਉਂਦਾ ਹੈ ਅਤੇ ਵਿੱਚ ਖਲੋ ਕੇ ਇੱਕ ਟਿਫਨ ਖੋਲ੍ਹਦਾ ਹੈ, ਜਿਸ ਦੇ ਵਿੱਚੋਂ ਗੁੜੀਆ ਕੱਢ ਕੇ ਆਪਣੇ ਹੱਥ ਵਿੱਚ ਫੜਦਾ ਹੈ, ਜਿਸ ਨੂੰ ਵੇਖ ਕੇ ਇੱਕ ਅਜੀਬ ਜਿਹੀ ਚੀਜ਼ ਆਉਂਦੀ ਹੈ, ਜਿਸ ਨੂੰ ਆਪਾਂ ਪਹਿਲੀ ਵਾਰ ਦੇਖਦੇ ਹਾਂ ਕਿ ਇਹ ਹਸਤਰ ਸੀ। ਲਾਲ ਰੰਗ ਦਾ ਗਲਿਆ ਸੜਿਆ ਹੋਇਆ ਹਸਤਰ ਸੀ। ਇਸ ਦੇ ਸਿਰ ਉੱਤੇ ਇੱਕ ਤਾਜ ਸੀ, ਜਿਸ ਤੋਂ ਪਤਾ ਲੱਗਦਾ ਸੀਗਾ ਕਿ ਇਹ ਦੇਵਤਾ ਹੈ। ਉਹ ਗੁੜੀਆ ਨੂੰ ਵੇਖ ਕੇ ਪਹਿਲਾਂ ਤਾਂ ਕਾਫੀ ਤੜਫਦਾ ਹੈ, ਕਿਉਂਕਿ ਉਹ ਅਨਾਜ ਦੇ ਘੇਰੇ ਦੇ ਅੰਦਰ ਨਹੀਂ ਆ ਸਕਦਾ ਸੀਗਾ। ਇਸ ਤੋਂ ਬਾਅਦ ਵਿਨਾਇਕ ਰਾਓ ਉਸ ਨੂੰ ਕੁਛ ਤੇ ਤੜਫਾਉਣ ਤੋਂ ਬਾਅਦ ਇੱਕ ਸਾਈਡ ਨੂੰ ਗੁੜੀਆ ਸੁੱਟ ਦਿੰਦਾ ਹੈ। ਹਸਤਰ ਜਾ ਕੇ ਉਹ ਗੁੜੀਆ ਖਾਣ ਲੱਗ ਜਾਂਦਾ ਹੈ ਤਾਂ ਵਿਨਾਇਕ ਰਾਓ ਉਸ ਦੀ ਕਮਰ ਉੱਤੇ ਬੰਨੀ ਹੋਈ ਪੋਟਲੀ ਨੂੰ ਹੱਥ ਮਾਰ ਕੇ ਖੋਲ੍ਹ ਦਿੰਦਾ ਹੈ, ਜਿਸ ਦੇ ਵਿੱਚੋਂ ਕਾਫੀ ਮੁਦਰਾ ਡਿੱਗਦੀਆਂ ਨੇ। ਕੁਝ ਮੁਦਰਾ ਫੜ ਕੇ ਵਿਨਾਇਕ ਰਾਓ ਉੱਪਰ ਚੜ੍ਹਨ ਲੱਗਦਾ ਹੈ ਕਿ ਉੱਧਰੋਂ ਫਿਰ ਮੁਨੀਮ ਤੜਫ ਰਿਹਾ ਸੀਗਾ, ਜਿਸ ਦੇ ਉੱਤੇ ਵਿਨਾਇਕ ਰਾਓ ਲਾਲਟੇਨ ਸੁੱਟ ਕੇ ਉਸ ਨੂੰ ਸਾੜ ਦਿੰਦਾ ਹੈ। ਵਿਨਾਇਕ ਰਾਓ ਰੱਸੀ ਫੜ ਕੇ ਬਾਹਰ ਆਉਂਦਾ ਹੈ। ਉੱਧਰੋਂ ਹਸਤਰ ਉਸ ਦਾ ਪਿੱਛਾ ਕਰਦਾ, ਪਰ ਵਿਨਾਇਕ ਰਾਓ ਆਪਣੀ ਤੇਜ਼ੀ ਦੇ ਨਾਲ ਬਚ ਕੇ ਬਾਹਰ ਨਿਕਲ ਆਉਂਦਾ ਹੈ। ਪੂਨੇ ਦੇ ਵਿੱਚ ਵਿਨਾਇਕ ਰਾਓ ਦੀ ਘਰਵਾਲੀ ਉਸ ਦੀ ਰਖੈਲ ਨੂੰ ਘਰੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਦੀ ਹੈ, ਜਿੱਥੇ ਕਿ ਦੂਸਰਾ ਚੈਪਟਰ ਵੀ ਸਮਾਪਤ ਹੋ ਜਾਂਦਾ ਹੈ। ਹੁਣ ਹੁੰਦਾ ਫਾਈਨਲ ਚੈਪਟਰ ਸ਼ੁਰੂ, ਦੇਸ਼ ਦੀ ਆਜ਼ਾਦੀ ਅਤੇ 14 ਸਾਲਾਂ ਬਾਅਦ। ਹੁਣ ਵਿਨਾਇਕ ਰਾਓ ਦੇ ਵਿੱਚ ਪਹਿਲਾਂ ਵਰਗੀ ਤਾਕਤ ਨਹੀਂ ਰਹੀ ਸੀ। ਉਸ ਦਾ ਪੁੱਤਰ ਪਾਂਡੋ 14 ਸਾਲਾਂ ਦਾ ਹੋ ਗਿਆ ਸੀਗਾ, ਜੋ ਕਿ ਦਿਨ ਰਾਤ ਰਿਹਰਸਲ ਕਰ ਰਿਹਾ ਸੀ। ਘਰ ਦੇ ਵਿੱਚ ਵੀ ਪੂਰੇ ਉਵੇਂ ਇੰਤਜ਼ਾਮ ਕੀਤੇ ਹੋਏ ਸਨ ਜਿਵੇਂ ਕਿ ਗੁਫਾ ਵਿੱਚ ਹੁੰਦਾ ਸੀ। ਘਰ ਦੇ ਵਿੱਚ ਹੀ ਲੱਕੜੀ ਦੇ ਉੱਤੇ ਇੱਕ ਪੋਟਲੀ ਬੰਨੀ ਹੁੰਦੀ ਸੀ, ਜਿਵੇਂ ਕਿ ਹਸਤਰ ਦੇ ਲੱਕ ਉੱਤੇ ਬੰਨੀ ਹੁੰਦੀ ਸੀ, ਅਤੇ ਨਾਲ ਹੀ ਇੱਕ ਉੱਚੀ ਹਾਰੀ ਰੱਸੀ ਲਮਕਾਈ ਹੁੰਦੀ ਸੀ, ਜਿਸ ਉੱਤੇ ਲੱਕੜ ਤੋਂ ਪੋਟਲੀ ਖੋਲ੍ਹਣ ਤੋਂ ਬਾਅਦ ਉਹ ਚੜ੍ਹਦਾ ਸੀ। ਪਾਂਡੋ 19 ਵਾਰ ਦੇ ਵਿੱਚ 8 ਸਿੱਕੇ ਰਿਹਰਸਲ ਦੌਰਾਨ ਲੈ ਕੇ ਆਉਂਦਾ ਹੈ, ਪਰ ਵਿਨਾਇਕ ਰਾਓ ਖੁਸ਼ ਨਹੀਂ ਸੀ। ਉਸ ਨੂੰ ਹੋਰ ਸਿੱਕੇ ਚਾਹੀਦੇ ਸਨ ਅਤੇ 1 ਮਹੀਨੇ ਬਾਅਦ ਰਾਓ ਨੂੰ ਕੁਝ ਪੈਸਿਆਂ ਦੀ ਜ਼ਰੂਰਤ ਸੀ, ਜਿਸ ਕਰਕੇ ਉਹ ਆਪਣੇ ਪੁੱਤਰ ਨੂੰ ਵੀ ਨਾਲ ਟੁੰਬਾਟ ਲੈ ਕੇ ਜਾਣ ਬਾਰੇ ਸੋਚਦਾ ਹੈ। ਉਸ ਦੀ ਪਤਨੀ ਆਟਾ ਤਿਆਰ ਕਰਦੀ ਹੈ ਅਤੇ ਅਗਲੇ ਦਿਨ ਹੀ ਉਹ ਆਪਣੇ ਪੁੱਤਰ ਪਾਂਡੋ ਨੂੰ ਕਾਰ ਦੇ ਵਿੱਚ ਬਿਠਾ ਕੇ ਟੁੰਬਾਟ ਵੱਲ ਨੂੰ ਨਿਕਲ ਜਾਂਦਾ ਹੈ। ਉਸ ਦਾ ਪੁੱਤਰ ਪਾਂਡੋ ਇਸ ਲਈ ਬਹੁਤ ਖੁਸ਼ ਸੀ, ਕਿਉਂਕਿ ਉਸ ਦੇ ਪਿਤਾ ਨੇ ਉਸ ਨੂੰ ਇਸ ਲਾਇਕ ਸਮਝਿਆ ਸੀ। ਰਾਸਤੇ ਵਿੱਚ ਹੀ ਵਿਨਾਇਕ ਰਾਓ ਪਾਂਡੋ ਨੂੰ ਹਸਤਰ ਦੇ ਸ਼ਰਾਬ ਬਾਰੇ ਦੱਸਦਾ ਹੈ ਅਤੇ ਉਸ ਨੂੰ ਕਹਿੰਦਾ ਕਿ ਇਹ ਮੌਤ ਤੋਂ ਵੀ ਭਿਆਨਕ ਸ਼ਰਾਬ ਹੁੰਦਾ ਹੈ, ਜੋ ਕਿ ਹਸਤਰ ਦੇ ਸਿਰਫ ਇੱਕ ਟੱਚ ਕਰਨ ਨਾਲ ਵੀ ਹੋ ਜਾਂਦਾ ਹੈ। ਇਸ ਤੋਂ ਬਾਅਦ ਇਨਸਾਨ ਸਿਰਫ ਖਾਣਾ ਅਤੇ ਸੌਣਾ ਹੀ ਮੰਗਦਾ ਹੈ ਅਤੇ ਇਸ ਤੋਂ ਬਾਅਦ ਉਡੀਕ ਰਹਿੰਦੀ ਹੈ ਤਾਂ ਸਿਰਫ ਮੌਤ ਦੀ। ਇਸ ਦਾ ਪੁੱਤਰ ਉਸ ਨੂੰ ਪੁੱਛਦਾ ਕਿ ਆਪਾਂ ਕਿੱਥੇ ਜਾ ਰਹੇ ਹਾਂ, ਤਾਂ ਵਿਨਾਇਕ ਰਾਓ ਬੋਲਦਾ ਕਿ ਆਪਾਂ ਦੇਵੀ ਦੀ ਕੁੱਖ ਵਿੱਚ ਜਾ ਰਹੇ ਹਾਂ। ਇਸ ਤੋਂ ਬਾਅਦ ਦੋਵੇਂ ਜਾਣੇ ਵਾੜੇ ਦੇ ਵਿੱਚ ਪਹੁੰਚਦੇ ਨੇ ਅਤੇ ਇੱਕ ਗੁੜੀਆ ਬਣਾਉਂਦੇ ਨੇ, ਆਟੇ ਦੀ ਗੁੜੀਆ ਵਿੱਚ ਰੋੜੇ ਪਾ ਕੇ, ਤਾਂ ਕਿ ਹਸਤਰ ਨੂੰ ਖਾਣ ਦੇ ਵਿੱਚ ਥੋੜ੍ਹਾ ਟਾਈਮ ਲੱਗੇ। ਫਿਰ ਦੋਵੇਂ ਜਾਣੇ ਗੁਫਾ ਦੇ ਵਿੱਚ ਸਿਰਫ ਅਭਿਆਸ ਦੇ ਲਈ ਚਲੇ ਜਾਂਦੇ ਆ। ਇਸ ਲਈ ਵਿਨਾਇਕ ਰਾਓ ਗੁੜੀਆ ਬਾਹਰ ਸੁੱਟ ਜਾਂਦਾ ਹੈ, ਪਰ ਪਾਂਡੋ ਚੋਰੀ ਉਸ ਨੂੰ ਆਪਣੀ ਬਨੈਣ ਦੇ ਵਿੱਚ ਲੁਕੋ ਲੈਂਦਾ ਹੈ। ਦੋਵੇਂ ਜਾਣੇ ਜਦੋਂ ਗੁਫਾ ਦੇ ਵਿੱਚ ਚਲੇ ਜਾਂਦੇ ਤਾਂ ਵਿਨਾਇਕ ਰਾਓ ਉਸ ਨੂੰ ਦੱਸਦਾ ਕਿ ਸੁੱਕੇ ਆਟੇ ਦਾ ਐਵੇਂ ਘੇਰਾ ਬਣਾਉਣਾ ਹੈ ਅਤੇ ਫਿਰ ਵਿੱਚ ਖਲੋ ਕੇ ਟਿਫਨ 'ਚੋਂ ਆਟੇ ਦੀ ਗੁੜੀਆ ਕੱਢਣੀ ਹੈ। ਅਤੇ ਪਰ ਇਸ ਵਾਰ ਉਹ ਗੁੜੀਆ ਨਹੀਂ ਲੈ ਕੇ ਆਇਆ, ਕਿਉਂਕਿ ਇਸ ਵਾਰ ਸਿਰਫ ਰਿਹਰਸਲ ਕਰਨੀ ਅਤੇ ਅਗਲੀ ਵਾਰ ਉਹ ਆ ਕੇ ਗੁੜੀਆ ਲੈ ਕੇ ਆਉਣਗੇ ਅਤੇ ਫਿਰ ਹਸਤਰ ਆਵੇਗਾ ਅਤੇ ਆਪਾਂ ਉਸ ਦੇ ਅੱਗੇ ਗੁੜੀਆ ਸੁੱਟਾਂਗੇ ਅਤੇ ਉਹ ਜਦੋਂ ਗੁੜੀਆ ਖਾਣ ਲੱਗੇਗਾ ਅਤੇ ਆਪਾਂ ਸਿੱਕੇ ਚੋਰੀ ਕਰਕੇ ਭੱਜ ਜਾਵਾਂਗੇ। ਉਸ ਦਾ ਮੁੰਡਾ ਆਪਣੀ ਬਨੈਣ ਦੇ ਵਿੱਚੋਂ ਗੁੜੀਆ ਕੱਢ ਕੇ ਬੋਲਦਾ ਕਿ ਮੈਂ ਤਾਂ ਗੁੜੀਆ ਲੈ ਕੇ ਆਇਆ। ਗੁੜੀਆ ਉਸ ਦੇ ਹੱਥ ਵਿੱਚ ਵੇਖ ਕੇ ਹਸਤਰ ਸੱਚਮੁੱਚ ਦੇ ਵਿੱਚ ਆ ਜਾਂਦਾ ਹੈ ਅਤੇ ਉਸ ਦੇ ਵੱਲ ਆ ਕੇ ਤੇ ਗੁੜੀਆ ਵਾਸਤੇ ਤੜਫਣ ਲੱਗ ਜਾਂਦਾ ਹੈ। ਤਾਂ ਵਿਨਾਇਕ ਰਾਓ ਗੁੜੀਆ ਨੂੰ ਇੱਕ ਸਾਈਡ 'ਤੇ ਸੁੱਟ ਕੇ ਅਤੇ ਆਪ ਰੱਸੀ ਉੱਤੇ ਚੜ੍ਹ ਕੇ ਆਪਣੇ ਪੁੱਤਰ ਨੂੰ ਵੀ ਰੱਸੀ ਉੱਤੇ ਚੜ੍ਹਨ ਲਈ ਬੋਲਦਾ, ਪਰ ਉਸ ਦਾ ਪੁੱਤਰ ਬਹੁਤ ਚਲਾਕ ਸੀ। ਉਹਨੇ ਹਸਤਰ ਦੇ ਲੱਕ ਉੱਤੇ ਬੰਨੀ ਪੋਟਲੀ ਨੂੰ ਹੱਥ ਮਾਰ ਕੇ ਖੋਲ੍ਹਿਆ ਅਤੇ ਵਿੱਚੋਂ ਸਿੱਕੇ ਚੋਰੀ ਕੀਤੇ ਅਤੇ ਫਿਰ ਉਹ ਆਪ ਰੱਸੀ ਉੱਤੇ ਚੜ੍ਹ ਗਿਆ। ਬਹੁਤ ਹੀ ਮੁਸ਼ਕਲ ਦੇ ਨਾਲ ਦੋਵੇਂ ਪਿਓ ਪੁੱਤ ਬਚ ਕੇ ਗੁਫਾ ਦੇ ਵਿੱਚੋਂ ਬਾਹਰ ਆਉਂਦੇ ਨੇ। ਤਾਂ ਉਸ ਦਾ ਪਿਤਾ ਪਹਿਲਾਂ ਤਾਂ ਉਸ ਨੂੰ ਇਸ ਬੇਵਕੂਫੀ ਦੇ ਲਈ ਗੁੱਸੇ ਹੁੰਦਾ ਹੈ, ਤਾਂ ਫਿਰ ਉਸ ਨੂੰ ਇੱਕ ਸਿੱਕਾ ਦਿੰਦਾ ਹੈ ਉਸ ਦੀ ਪਹਿਲੀ ਕਮਾਈ ਦੇ ਵਜੋਂ। ਵਿਨਾਇਕ ਰਾਓ ਨੂੰ ਘਰ ਜਾ ਕੇ ਕਿਸੇ ਮੰਤਰੀ ਦੇ ਕੋਲੋਂ ਪਤਾ ਲੱਗਦਾ ਕਿ ਟੁੰਬਾੜ ਦਾ ਵਾੜਾ ਇੰਡੀਆ ਸਰਕਾਰ ਦੇ ਅੰਡਰ ਆ ਗਿਆ ਅਤੇ ਉੱਧਰ ਹੁਣ ਆਮ ਆਦਮੀ ਆਪਣੀ ਮਰਜ਼ੀ ਦੇ ਨਾਲ ਨਹੀਂ ਜਾ ਸਕੇਗਾ, ਜਿਸ ਵਾਸਤੇ ਵਿਨਾਇਕ ਰਾਓ ਕਾਫੀ ਉਦਾਸ ਹੁੰਦਾ ਹੈ। ਇਸ ਤੋਂ ਬਾਅਦ ਉਸ ਦਾ ਪੁੱਤਰ ਪਾਂਡੋ ਵਿਨਾਇਕ ਰਾਓ ਦੀ ਉਸ ਰਖੈਲ ਜੋ ਕਿ ਮੁੰਸ਼ੀ ਨੇ ਉਸ ਨੂੰ ਵੇਚੀ ਸੀ, ਉਸ ਨੂੰ ਬੋਲਦਾ ਹੈ ਕਿ ਹੁਣ ਉਹ ਪਾਂਡੋ ਦੀ ਰਖੈਲ ਬਣ ਜਾਵੇ ਅਤੇ ਵੱਡਾ ਹੋ ਕੇ ਉਹ ਉਸ ਨਾਲ ਵਿਆਹ ਕਰਾ ਲਵੇਗਾ। ਪਰ ਉਹ ਔਰਤ ਵਿਨਾਇਕ ਰਾਓ ਨੂੰ ਜਾ ਕੇ ਦੱਸ ਦਿੰਦੀ ਹੈ ਅਤੇ ਵਿਨਾਇਕ ਰਾਓ ਆਪਣੇ ਪੁੱਤਰ ਪਾਂਡੋ ਨੂੰ ਕਾਫੀ ਮਾਰਦਾ ਹੈ ਅਤੇ ਉਹ ਦੋਵੇਂ ਜਾਣੇ ਇੱਕੋ ਜਿੱਕੇ ਹੁੰਦੇ ਨੇ। ਦੋਵਾਂ ਦੀ ਸੋਚ ਵੀ ਇੱਕੋ ਜਿੱਕੀ ਸੀ, ਦੋਵਾਂ ਦੀ ਲਾਲਚ ਵੀ ਇੱਕੋ ਜਿੱਕੀ ਸੀ। ਇਸ ਲਈ ਵਿਨਾਇਕ ਰਾਓ ਆਪਣੇ ਪੁੱਤਰ ਪਾਂਡੋ ਨੂੰ ਆਪਣੀ ਤਿਜੋਰੀ ਖੋਲ੍ਹ ਕੇ ਦਿਖਾਉਂਦਾ, ਜਿਸ ਵਿੱਚ ਬਹੁਤ ਸਾਰਾ ਖਜ਼ਾਨਾ ਸੀ, ਪਰ ਉਹ ਹੋਰ ਖਜ਼ਾਨਾ ਚਾਹੁੰਦਾ ਸੀ। ਤਾਂ ਪਾਂਡੋ ਆਪਣੇ ਪਿਤਾ ਵਿਨਾਇਕ ਰਾਓ ਨੂੰ ਇੱਕ ਸਲਾਹ ਦਿੰਦਾ ਕਿ ਅਸੀਂ ਬਹੁਤ ਸਾਰੀਆਂ ਗੁੜੀਆਂ ਲੈ ਕੇ ਗੁਫਾ ਦੇ ਅੰਦਰ ਜਾਵਾਂਗੇ ਅਤੇ ਹਸਤਰ ਨੂੰ ਇੱਕ ਤੋਂ ਬਾਅਦ ਇੱਕ ਗੁੜੀਆ ਦੇਵਾਂਗੇ ਖਾਣ ਵਾਸਤੇ। ਤਾਂ ਹਸਤਰ ਵਿਅਸਤ ਰਹੇਗਾ ਗੁੜੀਆ ਖਾਣ ਦੇ ਵਿੱਚ, ਤਾਂ ਆਪਾਂ ਉਸ ਦੀ ਪੂਰੀ ਪੋਟਲੀ ਹੀ ਚੋਰੀ ਕਰ ਲਵਾਂਗੇ। ਵਿਨਾਇਕ ਰਾਓ ਮੰਨ ਜਾਂਦਾ ਅਤੇ ਫਿਰ ਦੋਵੇਂ ਪਿਓ ਪੁੱਤਰ ਮੁਜਰਾ ਦੇਖਣ ਤੋਂ ਬਾਅਦ ਬਹੁਤ ਸਾਰਾ ਆਟਾ ਲੈ ਕੇ ਟੁੰਬਾੜ ਵੱਲ ਨੂੰ ਚੱਲ ਪੈਂਦੇ ਨੇ
ਅਤੇ ਬਹੁਤ ਸਾਰੀਆਂ ਗੁੜੀਆਂ ਬਣਾ ਕੇ ਅਤੇ ਗੁਫਾ ਦੇ ਵਿੱਚ ਜਾਣ ਲੱਗਦੇ ਨੇ। ਪਰ ਇਸ ਵਾਰ ਉਹ ਗੁਫਾ ਦੇ ਬਾਹਰ ਵੀ ਸੁੱਕੇ ਆਟੇ ਦਾ ਘੇਰਾ ਬਣਾ ਦਿੰਦੇ ਨੇ ਅਤੇ ਇਸ ਤੋਂ ਬਾਅਦ ਦੋਵੇਂ ਜਾਣੇ ਜਦੋਂ ਗੁਫਾ ਦੇ ਅੰਦਰ ਜਾਂਦੇ ਨੇ ਅਤੇ ਸ਼ੁਰੂ ਕਰਦੇ ਨੇ ਇਹ ਖੇਲ। ਫਿਰ ਜਦੋਂ ਵਿਨਾਇਕ ਰਾਓ ਦੇ ਹੱਥ ਵਿੱਚ 2 ਗੁੜੀਆਂ ਹੁੰਦੀਆਂ ਨੇ ਤਾਂ ਉੱਥੇ ਹਸਤਰ ਵੀ 2 ਆ ਜਾਂਦੇ ਨੇ। ਇਸ ਦਾ ਮਤਲਬ ਇਹ ਸੀ ਕਿ ਉਹ ਜਿੰਨੀਆਂ ਵੀ ਗੁੜੀਆਂ ਕੱਢਦੇ ਸੀ ਓਨੇ ਹੀ ਹਸਤਰ ਉੱਥੇ ਪਹੁੰਚ ਜਾਂਦੇ ਸੀ। ਬਾਜੀ ਉਲਟ ਪੈ ਚੁੱਕੀ ਸੀ। ਹੁਣ ਉਹਨਾਂ ਦੇ ਨਿਕਲਣ ਵਾਸਤੇ ਕੋਈ ਵੀ ਰਸਤਾ ਨਹੀਂ ਸੀ। ਇੱਥੇ ਬਹੁਤ ਸਾਰੇ ਹਸਤਰ ਸਨ ਅਤੇ ਸਾਰੇ ਹੀ 10 ਜਨਮਾਂ ਦੇ ਭੁੱਖੇ ਸਨ ਅਤੇ ਸਾਰੇ ਹੀ ਗੁੜੀਆਂ ਦੇ ਵਾਸਤੇ ਇੱਕ ਦੂਸਰੇ ਨਾਲ ਲੜਦੇ ਹੋਏ ਸਨ। ਅਤੇ ਇੱਕ ਹਸਤਰ ਦੂਸਰੇ ਨਾਲ ਲੜਦਾ ਹੋਇਆ ਜਦੋਂ ਆਟੇ ਦੇ ਘੇਰੇ ਵਿੱਚ ਡਿੱਗਣ ਲੱਗਦਾ ਤਾਂ ਉਹ ਭਸਮ ਹੋ ਜਾਂਦਾ। ਇਸ ਤੋਂ ਬਾਅਦ ਵਿਨਾਇਕ ਰਾਓ ਨੂੰ ਇੱਕ ਤਰਕੀਬ ਸੁੱਝਦੀ ਹੈ ਅਤੇ ਉਹ ਸਾਰੀ ਦੀਆਂ ਸਾਰੀਆਂ ਗੁੜੀਆਂ ਆਪਣੇ ਨਾਲ ਬੰਨ੍ਹ ਕੇ ਉੱਪਰ ਵੱਲ ਨੂੰ ਚੜ੍ਹਨ ਲੱਗ ਜਾਂਦਾ ਹੈ। ਉਸ ਦਾ ਪੁੱਤਰ ਕਾਫੀ ਰੋਕਦਾ ਪਰ ਉਹ ਨਹੀਂ ਰੁਕਦਾ ਅਤੇ ਉਹ ਗੁੜੀਆ ਬੰਨ੍ਹ ਕੇ ਉੱਪਰ ਨੂੰ ਚੜ੍ਹਨ ਲੱਗ ਜਾਂਦਾ ਹੈ। ਸਾਰੇ ਹਸਤਰ ਉਸ ਦਾ ਪਿੱਛਾ ਕਰਦੇ ਹੋਏ ਉਸ ਦੇ ਉੱਪਰ ਚੜ੍ਹ ਜਾਂਦੇ ਨੇ ਅਤੇ ਉਸ ਨੂੰ ਖਾਣ ਲੱਗ ਜਾਂਦੇ ਨੇ। ਵਿਨਾਇਕ ਰਾਓ ਬਾਹਰ ਨੂੰ ਛਾਲ ਮਾਰ ਦਿੰਦਾ ਅਤੇ ਹਸਤਰ ਵੀ ਸਾਰੇ ਉਸ ਦੇ ਮਗਰ ਹੀ ਚਲੇ ਜਾਂਦੇ ਨੇ। ਪਰ ਗੁਫਾ ਦੇ ਬਾਹਰ ਆਟੇ ਦਾ ਘੇਰਾ ਬਣਿਆ ਹੋਣ ਕਰਕੇ ਸਾਰੇ ਹੀ ਭਸਮ ਹੋ ਜਾਂਦੇ ਨੇ ਅਤੇ ਵਿਨਾਇਕ ਰਾਓ ਵੀ ਬਾਹਰ ਚਲਾ ਜਾਂਦਾ ਹੈ। ਪਰ ਉਹ ਪਹਿਲਾਂ ਹੀ ਸ਼ਰਾਪਿਤ ਹੋ ਗਿਆ ਸੀ। ਉਸ ਦਾ ਪੁੱਤਰ ਪਾਂਡੋ ਵੀ ਜਦੋਂ ਬਾਹਰ ਆਉਂਦਾ ਤਾਂ ਉਸ ਨੂੰ ਉਸ ਦਾ ਪਿਓ ਵਿਨਾਇਕ ਰਾਓ ਸ਼ਰਾਪਿਤ ਹੋਇਆ ਮਿਲਦਾ ਹੈ, ਜਿਸ ਦੇ ਹੱਥ 'ਚ ਪੋਟਲੀ ਸੀ ਅਤੇ ਉਹ ਆਪਣੇ ਪੁੱਤਰ ਪਾਂਡੋ ਨੂੰ ਬੋਲਦਾ ਹੈ ਕਿ ਲੈ ਫੜ ਪੋਟਲੀ, ਤੈਨੂੰ ਇਹੋ ਚਾਹੀਦੀ ਸੀ ਨਾ। ਪਰ ਹੁਣ ਉਸ ਦਾ ਪੁੱਤਰ ਪਾਂਡੋ ਲਾਲਚ ਤੋਂ ਬਾਹਰ ਆ ਚੁੱਕਾ ਸੀ ਅਤੇ ਉਸ ਨੂੰ ਕਹਿੰਦਾ ਕਿ ਨਹੀਂ। ਪਰ ਉਸ ਦਾ ਪਿਤਾ ਉਹਨੂੰ ਕਹਿੰਦਾ ਕਿ ਲੈ ਫੜ ਪੋਟਲੀ ਅਤੇ ਆਪਣੀ ਜ਼ਿੰਦਗੀ ਦੀ ਐਸ਼ ਕਰ। ਪਰ ਉਹ ਆਪਣੀ ਲਾਲਟੇਨ ਆਪਣੇ ਪਿਤਾ ਦੇ ਉੱਤੇ ਸੁੱਟ ਕੇ ਉਸ ਨੂੰ ਅੱਗ ਲਗਾ ਦਿੰਦਾ ਹੈ ਅਤੇ ਨਾਲ ਹੀ ਬੋਲਦਾ ਕਿ ਬਾਬਾ ਸੌਂ ਜਾ, ਨਹੀਂ ਤਾਂ ਹਸਤਰ ਆ ਜਾਵੇਗਾ, ਤਾਂ ਕਿ ਵਿਨਾਇਕ ਰਾਓ ਦੀ ਜਾਨ ਸੌਖੀ ਨਿਕਲ ਸਕੇ। ਇਸ ਤੋਂ ਬਾਅਦ ਇਹ ਗੱਲ ਸਾਬਤ ਹੁੰਦੀ ਹੈ ਕਿ 100 ਦਿਨ ਚੋਰ ਦਾ ਅਤੇ 1 ਦਿਨ ਸਾਧ ਦਾ, ਇੱਕ ਨਾ ਇੱਕ ਦਿਨ ਤਾਂ ਮੌਤ ਆਉਣੀ ਹੀ ਸੀ। ਹਾਂਜੀ, ਹੁਣ ਗੱਲ ਕਰਦੇ ਹਾਂ ਇਸ ਮੂਵੀ ਦੇ ਬੇਸ ਦੀ। ਇਹ ਸਾਰੀ ਮੂਵੀ ਬੇਸ ਕਰਦੀ ਹੈ ਲਾਲਚ ਉੱਤੇ, ਕਿਉਂਕਿ ਉਹ ਬੁੱਢੜੀ ਵੀ ਲਾਲਚੀ ਸੀ ਜਿਹੜੀ ਸੋਨਾ ਲੈਣ ਵਾਸਤੇ ਗੁਫਾ ਦੇ ਵਿੱਚ ਉਤਰਦੀ ਸੀ, ਜਿਹੜੀ ਕਿ ਸ਼ਰਾਪਿਤ ਹੋ ਚੁੱਕੀ ਸੀ। ਇਸ ਤੋਂ ਬਾਅਦ ਉਹ ਬਜ਼ੁਰਗ ਮਾਲਕ ਵੀ ਲਾਲਚੀ ਸੀ ਜਿਹੜਾ ਕਿ ਸੋਨੇ ਦਾ ਰਾਸਤਾ ਸਾਰੀ ਜ਼ਿੰਦਗੀ ਲੱਭਦਾ ਰਿਹਾ। ਇਸ ਤੋਂ ਬਾਅਦ ਵਿਨਾਇਕ ਦੀ ਮਾਂ ਜਿਹੜੀ ਇੱਕ ਸਿੱਕੇ ਵਾਸਤੇ ਉਸ ਵਾੜੇ ਦੇ ਮਾਲਕ ਕੋਲ ਜਾਂਦੀ ਹੁੰਦੀ ਸੀ। ਇਸ ਤੋਂ ਬਾਅਦ ਵਿਨਾਇਕ ਰਾਓ ਅਤੇ ਵਿਨਾਇਕ ਰਾਓ ਦਾ ਪੁੱਤਰ ਵੀ ਲਾਲਚੀ ਸੀ। ਹੁਣ ਗੱਲ ਕਰਦੇ ਹਾਂ ਉਸ ਗੁਫਾ ਬਾਰੇ, ਜੋ ਕਿ ਗੁਫਾ ਨਹੀਂ ਦੇਵੀ ਦੀ ਕੁੱਖ ਸੀ ਜਿੱਥੇ ਕਿ ਹਸਤਰ ਰਹਿੰਦਾ ਸੀਗਾ। ਇਸ ਗੱਲ ਦਾ ਪਤਾ ਇਸ ਤੋਂ ਲੱਗਦਾ ਕਿ ਅੰਦਰੋਂ ਉਹ ਉਵੇਂ ਹੀ ਨਜ਼ਰ ਆਉਂਦੀ ਸੀ ਜਿਵੇਂ ਇੱਕ ਗਰਭਵਤੀ ਔਰਤ ਦੀ ਕੁੱਖ ਹੁੰਦੀ ਹੈ ਅਤੇ ਉਸ ਦੀ ਮੂਵਮੈਂਟ ਵੀ ਉਵੇਂ ਸੀ, ਉਸ ਦੀਆਂ ਨਾੜੀਆਂ ਅਤੇ ਮਾਸਪੇਸ਼ੀਆਂ ਵੀ ਉਵੇਂ ਹੀ ਨਜ਼ਰ ਆਉਂਦੀਆਂ ਸਨ ਅਤੇ ਹਸਤਰ ਦਾ ਰੂਪ ਰੰਗ ਵੀ ਉਵੇਂ ਹੀ ਸੀ ਜਿਵੇਂ ਇੱਕ ਬੱਚਾ ਆਪਣੀ ਮਾਂ ਦੀ ਕੁੱਖ ਦੇ ਵਿੱਚ ਹੁੰਦਾ ਹੈ। ਅਤੇ ਫਿਰ ਉਹ ਬੁੱਢੜੀ ਉਹ ਕਿਸੇ ਨੂੰ ਵੀ ਖਜ਼ਾਨੇ ਦੇ ਰਾਜ ਬਾਰੇ ਇਸ ਕਰਕੇ ਨਹੀਂ ਦੱਸਦੀ ਸੀ ਤਾਂ ਕਿ ਉਹ ਕਿਸੇ ਨੂੰ ਦੱਸੇਗੀ ਅਤੇ ਉਹ ਵੀ ਸ਼ਰਾਪਿਤ ਹੋ ਜਾਵੇਗਾ। ਅਤੇ ਉਹ ਬਜ਼ੁਰਗ ਮਾਲਕ ਬੁੱਢੜੀ ਨੂੰ ਇਸ ਵਾਸਤੇ ਨਹੀਂ ਮਾਰਦਾ ਸੀ ਕਿਉਂਕਿ ਉਸ ਦੇ ਕੋਲੋਂ ਉਹ ਖਜ਼ਾਨੇ ਦਾ ਰਾਸਤਾ ਪਤਾ ਕਰਨਾ ਚਾਹੁੰਦਾ ਸੀ, ਜੋ ਕਿ ਉਹਨੂੰ ਨਹੀਂ ਦੱਸਦੀ ਸੀ। ਅਤੇ ਨਾਲ ਹੀ ਵਾੜੇ ਦੇ ਲੋਕਾਂ ਵਾਸਤੇ ਹਸਤਰ ਦਾ ਸ਼ਰਾਪ ਉਹਨਾਂ ਲਈ ਵਰਦਾਨ ਸੀ, ਕਿਉਂਕਿ ਉਹ ਹਸਤਰ ਨੂੰ ਅੰਨ ਦੇ ਕੇ ਉਸ ਦੇ ਕੋਲੋਂ ਖਜ਼ਾਨਾ ਲੈ ਲੈਂਦੇ ਸਨ। ਇਸ ਲਈ ਉੱਥੋਂ ਦੇ ਲੋਕਾਂ ਵਾਸਤੇ ਹਸਤਰ ਦਾ ਸ਼ਰਾਪ ਉਹਨਾਂ ਲਈ ਵਰਦਾਨ ਬਣਿਆ ਹੋਇਆ ਸੀਗਾ। ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਟੁੰਬਾੜ ਦੇ ਵਿੱਚ ਹਮੇਸ਼ਾ ਬਾਰਿਸ਼ ਹੀ ਹੁੰਦੀ ਰਹਿੰਦੀ ਹੈ, ਜੋ ਕਿ ਬਾਕੀ ਦੇਵਤਿਆਂ ਦੇ ਗੁੱਸੇ ਦਾ ਪ੍ਰਤੀਕ ਸੀ। ਅੱਜ ਵਾਸਤੇ ਬਸ ਇੰਨਾ ਹੀ। ਆਪਾਂ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ, ਨਵੀਂ ਮੂਵੀ ਦੇ ਨਾਲ। ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਕਰ ਦੇਣਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ। ਥੈਂਕ ਯੂ।